ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਚਰਿੱਤਰ ਨੰਬਰ ਜੋ ਹੈ 209 ਚਰਿਤ੍ਰੋਪਖਿਆਨ ਦਾ ਚਰਿੱਤਰ ਨੰਬਰ 209 ਇਹ ਜੋ ਰਤਨ ਸਿੰਘ ਜੱਗੀ ਡਾਕਟਰ ਰਤਨ ਸਿੰਘ ਜੱਗੀ ਨੇ ਗ੍ਰੰਥ ਲਿਖਿਆ ਹੈ 1834 ਪੰਨੇ ਤੋਂ ਲੈ ਕੇ 1854 ਪੰਨੇ ਤੱਕ ਕੋਈ 20 ਪੰਨੇ ਕਾਲੇ ਕੀਤੇ ਹੋਏ ਨੇ ਇਸ ਚਰਿੱਤਰ ਨਾਲ। ਅਸੀਂ ਇਸ ਦੀ ਵਿਚਾਰ ਕਰਾਂਗੇ। ਇਹ ਚਰਿੱਤਰ ਇੱਕ ਰਾਜਾ ਭਰਥਰੀ ਹੋਇਆ। ਜਿਹੜਾ ਰਾਜਾ ਭਰਥਰੀ ਹੋਇਆ ਉਸ ਦੇ ਸੰਬੰਧ ਵਿੱਚ ਇਹ ਚਰਿੱਤਰ ਹੈ। ਰਾਜਾ ਭਰਥਰੀ ਦੀਆਂ ਦੋ ਰਾਣੀਆਂ ਦਾ ਜ਼ਿਕਰ ਹੈ। ਇੱਕ ਰਾਣੀ ਹੈ ਜਿਹੜੀ ਹੈ ਰੂਪਮਤੀ। ਰਾਜਾ ਭਰਥਰੀ ਦੀ ਇੱਕ ਰਾਣੀ ਦਾ ਨਾਂ ਹੈ ਭਾਨਮਤੀ ਤੇ ਦੂਜੀ ਦਾ ਨਾਂ ਹੈ ਜੋ ਹੈ ਪਿੰਗਲਮਤੀ। ਪਿੰਗਲ ਦੇਵੀ ਵੀ ਲਿਖਿਆ, ਭਾਨਮਤੀ ਤੇ ਪਿੰਗਲਮਤੀ ਜਾਂ ਪਿੰਗਲ ਦੇਵੀ। ਜੋ ਭਾਨਮਤੀ ਬਹੁਤ ਸੁੰਦਰ ਸੀ, ਉਸ ਨੂੰ ਰਾਜਾ ਬਹੁਤ ਪਿਆਰ ਕਰਦਾ ਸੀ ਤੇ ਨਾਲ ਪਿੰਗਲਵਤੀ ਵੀ ਚੰਗੀ ਸੀ, ਉਹਨੂੰ ਵੀ ਪਿਆਰ ਕਰਦਾ ਸੀ। ਇੱਕ ਦਿਨ ਰਾਜਾ ਭਰਥਰੀ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਤਾਂ ਉੱਥੇ ਉਸ ਦੇ ਮਨ ਵਿੱਚ ਕੀ ਸੁੱਝੀ, ਉਸਨੇ ਆਪਣੇ ਵਸਤਰਾਂ ਨੂੰ ਕੱਪੜਿਆਂ ਨੂੰ ਲਹੂ ਲਾ ਕੇ ਘਰ ਭਿਜਵਾ ਦਿੱਤੇ ਅਤੇ ਇਹ ਸੁਨੇਹਾ ਦੇ ਦਿੱਤਾ ਕਿ ਰਾਜੇ ਨੂੰ ਸ਼ੇਰ ਖਾ ਗਿਆ। ਜਦੋਂ ਇਹ ਸੁਨੇਹਾ ਮਹਿਲਾਂ ਵਿੱਚ ਪਹੁੰਚਿਆ ਤਾਂ ਉਸ ਦੀ ਰਾਣੀ ਜੋ ਭਾਨਮਤੀ ਸੀ ਉਸਨੇ ਸਤੀ ਹੋਣ ਲਈ ਸੋਚਿਆ, ਸਤੀ ਹੋਣ ਦੀ ਤਿਆਰੀ ਕਰਨ ਲੱਗ ਗਈ। ਪਰ ਜਿਹੜੀ ਰਾਣੀ ਪਿੰਗਲ ਦੇਵੀ ਸੀ, ਪਿੰਗਲਾਮਤੀ ਸੀ, ਦੋਨੋਂ ਨਾਂ ਅਲੱਗ-ਅਲੱਗ ਲਿਖੇ ਨੇ, ਕਈ ਕੁਛ ਲਿਖਦਾ ਲਿਖਾਰੀ। ਉਸਨੇ ਹਾਏ ਕਿਹਾ ਤੇ ਉਹ ਮਰ ਗਈ। ਜਦੋਂ ਰਾਜਾ ਭਰਥਰੀ ਘਰ ਵਾਪਸ ਆਇਆ ਤਾਂ ਉਸ ਨੂੰ ਬਹੁਤ ਸਦਮਾ ਪਹੁੰਚਿਆ। ਉਹ ਕਹਿਣ ਲੱਗਾ, ਹੁਣ ਮੇਰਾ ਜੀਣ ਖੁਣੋਂ ਕੀ ਥੁੜਿਆ। ਜਿਸ ਦੀ ਰਾਣੀ ਮਰ ਜਾਏ ਉਹ ਬੰਦੇ ਦਾ ਜੀਣ ਦਾ ਕੀ ਹੱਜ ਹੈ। ਹੁਣ ਜਾਂ ਤਾਂ ਮੈਂ ਕਟਾਰੀ ਮਾਰ ਕੇ ਮਰ ਜਾਵਾਂਗਾ ਜਾਂ ਜੋਗੀ ਬਣ ਜਾਵਾਂਗਾ। ਭਾਵ ਬਹੁਤ ਵਿਰਲਾਪ ਕੀਤਾ। ਉਸ ਦੇ ਵਿਰਲਾਪ ਨੂੰ ਸੁਣ ਕੇ ਜੋ ਗੋਰਖਨਾਥ ਆ ਗਿਆ ਉਹ ਪ੍ਰਗਟ ਹੋ ਗਿਆ। ਕਹਾਣੀ ਆ, ਜਿੱਥੇ ਮਰਜੀ ਜਿਹਨੂੰ ਮਰਜੀ ਬੁਲਾ ਲਓ, ਜੋ ਮਰਜੀ ਕਰ ਲਓ, ਕਹਾਣੀ ਲਿਖਣ ਹਾਰੇ ਦੀ ਗੱਲ ਹੈ। ਬਸ ਸਾਰਾ ਕੁਛ ਗੰਦ ਕੂੜ ਲਿਖ ਕੇ ਗੁਰੂ ਗੋਬਿੰਦ ਸਿੰਘ ਦੇ ਸਿਰ ਤੇ ਰੱਖ ਦਿਓ ਵੀ ਜੇ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ। ਅਸੀਂ ਮੂਰਖ ਹਾਂ, ਇਹ ਉਲ ਜਲੂਲ ਵਾਲੀਆਂ ਕਹਾਣੀਆਂ ਮੰਨੀ ਜਾਂਦੇ ਜਿੱਦਾਂ ਸਾਨੂੰ ਕੋਈ ਦੱਸਦਾ। ਔਰ ਤੁਸੀਂ ਸਾਰੀ ਕਹਾਣੀ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਕੋਈ ਸਿਰ ਪੈਰ ਨਹੀਂ, ਕੋਈ ਉਹ 'ਚੋਂ ਸਿੱਖਿਆ ਨਹੀਂ ਮਿਲਦੀ, ਕੁਛ ਵੀ ਨਹੀਂ। ਖੈਰ ਗੋਰਖਨਾਥ ਆ ਗਿਆ। ਉਸਨੇ ਰਾਜੇ ਦੀ ਹਾਲਤ ਦੇਖੀ, ਉਸਨੇ ਉਪਾਅ ਕੀਤੇ ਕਈ ਤਾਂ ਉਸਨੇ ਰਾਣੀ ਪਿੰਗਲ ਮਈ ਜਾਂ ਪਿੰਗਲ ਦੇਵੀ ਨੂੰ, ਪਿੰਗਲਮਤੀ ਨੂੰ ਜਿਉਂਦਾ ਕਰ ਦਿੱਤਾ। ਕਈ ਰੂਪਾਂ ਵਿੱਚ ਉਸਨੇ ਜਿਉਂਦਾ ਕਰ ਦਿੱਤਾ ਔਰ ਰਾਜੇ ਨੂੰ ਕਿਹਾ ਕਿ ਭਈ ਤੂੰ ਆਪਣੀ ਰਾਣੀ ਨੂੰ ਪਛਾਣ ਲੈ, ਲੱਭ ਲੈ, ਜਿਹਨੂੰ ਰੱਖਣਾ ਰੱਖ ਲੈ। ਉਹ ਰਾਜੇ ਨੇ ਦੇਖਿਆ ਸਾਰੀਆਂ ਰਾਣੀਆਂ ਬਹੁਤ ਸੋਹਣੀਆਂ ਸੀ। ਬਸ ਇਹ ਕਹਾਣੀ ਨੂੰ ਇੰਨਾ ਕਹਿ ਕੇ ਇੱਥੇ ਲਿਖਾਰੀ ਨੇ ਬੰਦ ਕਰ ਦਿੱਤਾ। ਇਹ ਨਹੀਂ ਦੱਸਿਆ ਕਿ ਰਾਜੇ ਨੇ ਰਾਣੀ ਉਹਦੇ ਵਿੱਚੋਂ ਕੋਈ ਲਈ ਜਾਂ ਨਹੀਂ ਲਈ। ਮਤਲਬ ਇਹ ਦੇਖੋ ਗੁਰੂ ਗੋਬਿੰਦ ਸਿੰਘ ਦੇ ਨਾਮ ਮੜ ਰਹੇ ਨੇ, ਮਤਲਬ ਕਹਾਣੀ ਇਨਕੰਪਲੀਟ। ਅੱਗੇ ਜਾ ਕੇ ਤੁਹਾਨੂੰ ਇਹਦਾ ਵੇਰਵਾ ਮਿਲੇਗਾ, ਪਰ ਇੱਥੇ ਗੱਲ ਖਤਮ ਕਰਤੀ। ਹੁਣ ਜਿਹੜੀ ਦੂਜੀ ਰਾਣੀ ਸੀ ਭਾਨਮਤੀ, ਉਹ ਇੱਕ ਚੰਡਾਲ ਦੇ ਨਾਲ ਉਹ ਅਟਕ ਗਈ। ਮਤਲਬ ਉਸਨੇ ਆਪਣਾ ਪਿਆਰ ਇੱਕ ਚੰਡਾਲ ਦੇ ਨਾਲ ਪਾ ਲਿਆ। ਉਸਨੇ ਆਪਣੀ ਦੂਤਮਤੀ ਨੂੰ ਭੇਜਿਆ ਕਿ ਜਾ ਕੇ ਚੰਡਾਲ ਨੂੰ ਬੁਲਾ ਕੇ ਲਿਆ। ਬੜਾ ਉਲ ਜਲੂਲ ਲਿਖਿਆ, ਬੜਾ ਆਪਣੇ
मन के दुख नूं प्रगट किया। राणी ने अश्लीलता वालियां गल्लां भी छेती ना लिया, मैं मरदी जानी हाँ। मतलब इन्हां चरित्रां विच अश्लीलता इन्नी है कि जे मैं दस्सण लगांगा मैं दस नहीं सकांगा, मेरी जीभ बयान नहीं कर सकेगी। ये तुसी आप पढ़ना, जे तुसी मेरे ते विश्वास नहीं करोगे कि ये बंदा पता नहीं गप्पां मारी जा रहा, झूठ मारी जा रहा। मैं इस ग्रंथ का तुहानूं पन्ना नंबर दस दिता। जे तुहाडे कोल ग्रंथ ना होवे तां मेरे कोल अपना WhatsApp नंबर दे के मंगवा सकते हो। मैं तुहानूं वो ग्रंथ भेज देवांगा। तुसी अपनी तसल्ली कर लिओ भी साडे सतगुरु दशमेश पिता कलियां वाले नूं इस लिखारी ने ते साडे पुजारियां ने किन्ना जलील कीता। ए गंदमंद गुरु गोबिंद सिंह जी दे मुख विच पाया है। मैं गंद बक नहीं रहा, तुहानूं दस नहीं रहा, पर बहुत गंद लिखिया होया है। खैर सुनेहा भेजिया, चंडाल नूं नवे कपड़े पवा के वो दासी दूती लैके आई। राणी नाल, भानुमती राणी नाल उसनूं मिला दिता ते उस राणी ने दूती नूं बहुत धन दौलत दिता, बहुत उहदी सेवा की। इधरों फिर ये चंडाल ते राणी ने जो किया वो मैं बयान नहीं कर सकता। जो एक नौजवान औरत ते लड़का ते लड़की करते ने वो सब कुछ बहुत बुरी तरह नाल इन्हां ने किया, काम किया। वो लिखिया बहुत अश्लील है, दस नहीं सकता। खैर इधर तो ये कहानी वापरी, उधर एक ब्राह्मण, एक पंडित वो दुर्गा की पूजा कर रहा। सानू किन्ने किन्ने जहर दे टीके लाए सिक्खी दे विच, ए तुसी देखना। पहली गल, गोरखनाथ नूं महान बना दिता, मरी हुई राणी नूं उसने जिंदा कर दिता। सो ग्रेट परसन, एडा महान बंदा, मरे हुए बंदे नूं जिउंदा कीता जा सकदा। सिक्खी विच एक यह जहरीला टीका ला दिता। मारन रखण वाला एक वो मालिक नहीं है, इत्थे गोरखनाथ है, होर कई ने। यह एक टीका लगा, असी चुपचाप इस नूं सहन कर लिया। अगों फिर वो ब्राह्मण पूजा करदा सी, उसने अपनी देवी नूं रधा लिया। दुर्गा देवी नूं जदों रधा लिया, दुर्गा देवी प्रसन्न होई तां उसने एक फल दिता जिसका नाम सी अमर फल। जिहड़ा उस फल नूं खा लेवे वो अमर हो जाता, वो कदी मरदा नहीं, हमेशा जवान रहिंदा। पंडित ने राजे नूं चंगा जान के वो फल जिहड़ा मिलिया सी दुर्गा तो वो राजे नूं दे दिता। हुण गुरमत दा विधान है, देवी देवा मूल है माया, सिमरत शास्त्र जिन उपाया। गुरु अमरदास जी महाराज वो कह रहे हैं कि देवी देवते असल विच है नहीं, ये माया है, छलावा है। ये लोकां ने दुखां दे निवृत्ति लई, सुखां दी प्राप्ति लई लोकां ने घड़े हन, सिमरतियां शास्त्रां विच उन्हां दा जिक्र कर दिता। असल विच ये माया है, ये है नहीं, ये गुरमत दा विधान है। पर इत्थे गुरु गोबिंद सिंह जी का नाम वरत के ये कह दिता कि पंडित ने, ब्राह्मण ने देवी की पूजा की और इसका मतलब देवी है। वो सिर्फ है नहीं, वो बहुत महान है, वो वर दे सकती है, वो शक्तियां नाल भरी हुई है। उसने अमर फल दिता। सो ये दूजा टीका सिक्खी विच ला दिता कि देवी है, वो बहुत महान है, उसनूं खुश किया जा सकता है। वो अमर फल जदों राजे नूं मिलिया, राजा अपनी राणी भानुमती नाल बहुत प्यार करता सी। उसने वो फल अपनी राणी भानुमती नूं दे दिता ताकि ये लंबी उम्र होवे, जवान रहे, नौजवान रहे, तो मैं इहदे नाल
बहुत काम वासना करा। राणी जिहड़ी है वो चंडाल नाल संबंध रखती सी, उस नाल अटकी हुई सी, फसी हुई सी। उसने वो फल उस चंडाल नूं दे दिता कि ये जवान रहे, ताकतवर रहे, लंबी उम्र होवे तो मैं आनंद लवां, इस नाल काम करा। वो जिहड़ा चंडाल एक पासे राणी नाल संबंध रखदा सी, दूजे पासे मैं इत्थे फिर बेनती कर देवां, मैं पूरी गल नहीं दस रहा, मैं अश्लीलता वाले पक्ष तो सिर्फ टच कर रहा, छू रहा, दस नहीं रहा। जे पूरा पढ़ना होवे पढ़ सकते। वो जिहड़ा चंडाल है वो बेसवा नाल संबंध रखदा सी, बेसवा नूं प्यार करदा सी। उसने वो फल बेसवा नूं दे दिता ताकि बेसवा जवान रहे तो मैं अपने सरीरक संबंध उस नाल बनाई रखां, काम वासना उस नाल करां। वो बेसवा जिहड़ी सी एक पासे चंडाल नाल अटकी हुई सी, दूजे पासे राजे ते मोहित सी। राजे भरथरी ते मोहित सी, उसते निशावर अपने आप नूं कर लिया सी। उसने वो फल लिया के भरथरी नूं दे दिता। भरथरी बड़ा हैरान होया कि ये तो उही फल है जिहड़ा मैनूं बामण ने दिता सी, पंडित ने दिता सी, ये मैं राणी नूं दिता सी। उसने सारी उसकी छाणबीण करवाई, फिर ये आखिर माजरा की है, फल तेरे कोल कित्थों आया। उस बेसवा ने सारी कहानी दस दिती कि ये फल जिहड़ा मैनू चंडाल ने दिता ते चंडाल नूं ये फल राणी ने दिता, क्योंकि राणी जिहड़ी चंडाल नाल फसी हुई है ते चंडाल मेरे नाल भी संबंध रखदा है। राजा जिहड़ा वो बहुत दुखी होया, पर राजे ने उस बेसवा नाल भी खूब संबंध बनाए और बहुत कुछ बुरा भला कहा सारियां नूं। आखिर उसने उस चंडाल दे 1000 टुकड़े करवा दिते, उसनूं मरवा दिता। उधर अपनी राणी भानुमती नूं भी मरवा दिता ते नाल वो दूती जिहड़ी आ दूतमती नूं भी मरवा दिता, तिन्नां नूं मरवा दिता ते आप अद्धा फल आप खा लिया, अद्धा फल जिहड़ा वो बेसवा नूं खवा दिता, वंड के छक लिया। उन्हें वो फल नूं वंड के छक लिया, अद्धा अद्धा करके खा लिया। हुण एक काम करन तो बाद बेसवा दे नाल राजा जिहड़ा वो राज भाग त्याग के वो गोरख नूं जा मिलिया। गोरख तो गोरखनाथ तो उसने दीक्षा लई ते बहुत साल उसने उसकी दीक्षा के अनुसार गुजारे। एक दिन वो जो राजा है भिख्या मंगण गया। जदों राजा भिख्या मंगण गया तो राजे ने की देखिया, राजा भिख्या मंगण गया तो उत्थे चरखे का एक जिहड़ा मुन्ना, चरखे का मुन्ना पिया सी धुप दे विच, तां उहदे विचों चरखे दे मुन्ने विचों घे बाहर चो रिहा सी। उसने उस वेले जो भरथरी ने है वो मुन्ने दे बारे गल कही कि भाई जिहड़ा बंदा इस्त्री नाल संबंध बना लैंदा वो बंदे दी हालत यही हुंदी है कि मैं तां बर्बाद होया इस्त्री नाल संबंध बना के, तैनूं तां इस्त्री ने हत्थ लाए ने ते तेरी की हालत होएगी ये तां समझी जा सकती है। मैं इस्त्री दे नाल संबंध बना के तो मेरी हालत ये होई कि मैं उस चीज़ नूं जो है बहुत राज भाग मैनूं छड्डना पिया ते तूं ते इस्त्री दे हत्थां विच रिहा। भाव जदों
ਪਹਿਲੀ ਗੱਲ ਮੁੰਨੇ ਨੂੰ ਸਮਝ ਲਈਏ ਕਿ ਮੁੰਨਾ ਕੀ ਹੁੰਦਾ ਹੈ। ਮੁੰਨਾ ਇਹ ਹੁੰਦਾ ਚਰਖਾ ਜਿਹੜਾ ਚੱਲਦਾ ਹੈ, ਚਰਖੇ ਦਾ ਵੀਲ ਜਿਹੜਾ ਚੱਲਦਾ ਹੈ, ਉਹਦੇ ਐਕਸਲ ਹੁੰਦੇ, ਦੋ ਪਾਸੇ ਪਿੱਲਰ ਹੁੰਦੇ ਆ, ਔਰ ਪਿੱਲਰ ਦੇ ਵਿੱਚ ਐਕਸਲ ਹੁੰਦਾ ਤੇ ਉਹਦੇ ਵਿੱਚ ਉਹਦਾ ਵੀਲ ਜਿਹੜਾ ਚਰਖੇ ਦਾ ਘੁੰਮਦਾ। ਕਿਉਂਕਿ ਅੱਜ ਕੱਲ੍ਹ ਜਿਹੜੇ ਬੱਚੇ ਹੈ ਉਹਨਾਂ ਨੂੰ ਇਹ ਚਰਖੇ ਦਾ ਪਤਾ ਨਹੀਂ ਹੈ, ਅਤੇ ਉਹਨਾਂ ਨੂੰ ਭੁਲੇਖਾ ਹੈ ਕਿ ਚਰਖਾ ਕੀ ਹੁੰਦਾ ਹੈ, ਕਿੱਦਾਂ ਦਾ ਹੁੰਦਾ। ਅਤੇ ਉਹ ਜਿਹੜਾ ਮੁੰਨਾ ਹੈ ਉਹਦੇ ਵਿੱਚੋਂ ਜਿਹੜਾ ਘੇ ਜਿਹੜਾ ਬਾਹਰ ਨਿਕਲ ਰਿਹਾ ਸੀ। ਅਤੇ ਇੱਥੇ ਜਿਹੜੀ ਗੱਲ ਅਸੀਂ ਸਮਝਣੀ ਹੈ ਉਹ ਇਹ ਹੈ ਕਿ ਭਾਈ ਇਸ ਚਰਿੱਤਰ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ। ਉਹ ਇਹ ਹੈ, ਪਹਿਲੀ ਗੱਲ ਆਓ ਤੁਹਾਨੂੰ ਇੱਕ ਨੁਕਤਾ ਦੱਸਦੇ ਹਾਂ। ਕਵੀ ਕਹਿ ਰਿਹਾ, ਇਸ ਲਈ ਮੈਂ ਹੋਰ ਵਿਸਤਾਰ ਵਿੱਚ ਨਹੀਂ ਪੈਂਦਾ ਕਿਉਂਕਿ ਗ੍ਰੰਥ ਦੇ ਵੱਧ ਜਾਣ ਤੋਂ ਮਨ ਵਿੱਚ ਡਰਦਾ ਹਾਂ। ਮੰਨ ਲਓ ਇਹ 20 ਪੰਨਿਆਂ ਦੇ ਵਿੱਚ, 21 ਪੰਨਿਆਂ ਵਿੱਚ ਇਸ ਦਾ 10 ਪੰਨਿਆਂ ਵਿੱਚ ਮੂਲ ਪਾਠ ਹੈ ਔਰ 10 ਪੰਨਿਆਂ ਵਿੱਚ ਅਰਥ ਕੀਤੇ ਹੋਏ ਨੇ। ਬੇਮੈਨੇ ਬਿਨਾਂ ਮਤਲਬ ਉਹਦਾ ਕੋਈ ਲੌਜਿਕ ਤੁਕ ਨਹੀਂ ਹੈ, ਪਰ ਕੀਤੇ ਹੋਏ ਨੇ। ਔਰ ਹਾਲੇ ਇਹ ਲਿਖਾਰੀ ਅਗਰ ਗੁਰੂ ਗੋਬਿੰਦ ਸਿੰਘ ਜੀ ਹੈ, ਡਰ ਕਾਹਦਾ, ਲਿਖ ਰਹੇ ਆ, ਪੂਰੀ ਗੱਲ ਲਿਖੋ ਨਾ। ਪਰ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ, ਲਿਖਾਰੀ ਹੈ। ਲਿਖਾਰੀ ਬੜਾ ਡਰਿਆ ਹੋਇਆ ਹੈ। ਲਓ ਸੁਣੋ ਕੀ ਕਹਿੰਦਾ ਕਿ ਮੈਂ ਗ੍ਰੰਥ ਦੇ ਵੱਧ ਜਾਣ ਤੋਂ ਡਰਦਾ ਹਾਂ, ਇਸ ਲਈ ਮੈਂ ਸੰਖੇਪ ਵਿੱਚ ਲਿਖ ਰਿਹਾ, ਇਸ ਲਈ ਕਥਾ ਨੂੰ ਅਧਿਕ ਨਹੀਂ ਵਧਾਇਆ। ਜੇ ਕਿਤੇ ਭੁੱਲ ਹੋ ਗਈ ਹੋਵੇ ਤਾਂ ਸੁਧਾਰ ਲੈਣਾ। ਅਸੀਂ ਕਹਿੰਦੇ ਸਾਡੇ ਗੁਰੂ ਸਤਿਗੁਰੂ ਅਭੁੱਲ ਹਨ, ਪਰ ਇਹ ਕਵੀ ਕਹਿ ਰਿਹਾ ਕਿ ਜੇ ਮੇਰੇ ਕੋਲੋਂ ਕਿਤੇ ਭੁੱਲ ਹੋ ਗਈ ਹੋਵੇ ਤਾਂ ਸੁਧਾਰ ਲੈਣਾ। ਇਹਦਾ ਮਤਲਬ ਅਗਰ ਜਿਹੜੇ ਵੀਰ ਇਹ ਮੰਨਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ ਹੈ, ਫਿਰ ਉਹਨਾਂ ਨੂੰ ਇਹ ਗੱਲ ਮੰਨਣੀ ਪਊਗੀ ਕਿ ਗੁਰੂ ਗੋਬਿੰਦ ਸਿੰਘ ਜੀ ਭੁੱਲਣਹਾਰ ਸਨ। ਭਾਵ ਉਹ ਮੰਨਣੀ ਨਹੀਂ ਪਵੇਗੀ, ਉਹ ਮੰਨਦੇ ਹਨ ਕਿਉਂਕਿ ਇਹ ਗ੍ਰੰਥ ਵਿੱਚ ਲਿਖਿਆ ਹੋਇਆ ਕਿ ਭੁੱਲ ਹੋ ਗਈ ਤੇ ਕਵੀ ਜਨ ਸੁਧਾਰ ਲੈਣਾ। ਹੋਰ ਜਿਹੜੀ ਹੁਣ ਤੁਹਾਨੂੰ ਭਰਥਰੀ ਵਾਲੀ ਗੱਲ ਦੱਸਦੇ ਹਾਂ। ਜਦ ਰਾਜਾ ਭਰਥਰੀ ਗੋਰਖਨਾਥ ਨਾਲ ਹੋਈ ਗੋਸ਼ਟ ਤੋਂ ਬਾਅਦ ਤੇ ਉਹ ਕਿਸੇ ਦਿਨ ਭਿੱਖਿਆ ਮੰਗਦਿਆਂ ਭਰਥਰੀ ਨੇ ਇੱਕ ਚਰਖੇ ਦਾ ਮੁੰਨਾ ਵੇਖਿਆ। ਕਿਉਂਕਿ ਗੋਰਖ ਦੀ ਜਿਹੜੀ ਸਿੱਖਿਆ ਸੀ ਕਿ ਭਿੱਖਿਆ ਮੰਗ ਕੇ ਖਾਣਾ, ਕੰਮ ਤਾਂ ਕੋਈ ਕਰਦੇ ਨਹੀਂ, ਜੋਗੀ ਕੰਮ ਥੋੜ੍ਹੀ ਕਰਦੇ ਆ। ਅਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨਾ ਵੀ ਜਿਨ੍ਹਾਂ ਨੂੰ ਤੁਸੀਂ ਗ੍ਰਸਤੀਆਂ ਨੂੰ ਨੀਚ ਕਹਿੰਦੇ ਹੋ, ਫਿਰ ਉਨਹੀ ਕੇ ਘਰ ਮੰਗਣ ਜਾਈ। ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹਾਂ। ਇੱਥੇ ਵੀ ਕੀ ਹੈ ਕਿ ਇੱਕ ਦਿਨ ਭਰਥਰੀ ਜੁੜ ਉਹ ਮੰਗਣ ਗਿਆ ਅਤੇ ਚਰਖੇ ਦੇ ਇੱਕ ਮੁੰਨਾ ਵੇਖਿਆ ਜਿਸ ਵਿੱਚੋਂ ਗਰਮੀ ਕਰਕੇ ਘਿਓ ਚੋ ਰਿਹਾ ਸੀ। ਉਸ ਚਰਖਾ ਕੱਤਣ ਵਾਲੀ ਪ੍ਰਤੀ ਭਰਥਰੀ ਨੇ ਹੱਸ ਕੇ ਇਸ ਤਰ੍ਹਾਂ ਬੋਲ ਉਚਾਰਿਆ, ਜਿਨ੍ਹਾਂ ਨੂੰ ਇਸਤਰੀ ਦੀ ਕਠਾਕ ਲੱਗ ਜਾਵੇ ਉਹ ਰਾਜ ਖੋਹ ਦਿੰਦੇ ਹਨ। ਉਹ ਆਪਣੇ ਬਾਰੇ ਕਿਹਾ ਕਿ ਮੈਂ ਰਾਜ ਖੋਹ ਦਿੱਤਾ, ਇਸਤਰੀ ਦੀ ਕਠਾਕ ਲੱਗੀ। ਜੇ ਇਹ ਚਰਖੇ ਦੇ ਮੁੰਨੇ ਤੈਨੂੰ ਤਾਂ ਇਸਤਰੀ ਦੇ ਹੱਥ ਲੱਗ ਗਏ ਹਨ, ਭਲਾ ਤੂੰ ਕਿਉਂ ਨਾ ਰੋਵੇਂ। ਭਾਵ ਜਿਹੜਾ ਬੰਦਾ ਇਸਤਰੀ ਨਾਲ ਸੰਬੰਧ ਬਣਾਏਗਾ, ਇਸਤਰੀ ਨਾਲ ਰਹੇਗਾ, ਉਸ ਨੂੰ ਰੋਣਾ ਪਏਗਾ। ਇਸਤਰੀ ਚੰਗੀ ਨਹੀਂ ਹੁੰਦੀ, ਇਸਤਰੀਆਂ ਮਾੜੀਆਂ ਹੁੰਦੀਆਂ ਹਨ। ਕਿਉਂਕਿ ਜਿਹੜੀ ਚਰਖਾ ਕੱਤਣ ਵਾਲੀ ਆ ਉਹ ਤਾਂ ਭਰਥਰੀ ਨੂੰ ਨਹੀਂ ਜਾਣਦੀ। ਭਾਵ ਉਹ ਸਾਰੀਆਂ ਇਸਤਰੀਆਂ ਬਾਰੇ ਕਹਿ ਰਿਹਾ ਵੀ ਜਿਸ ਨੂੰ ਇਸਤਰੀ ਛੂ ਜਾਵੇ ਉਸ ਨੂੰ ਰੋਣਾ ਪਏਗਾ। ਇਸਤਰੀ ਬੜੀ ਭੈੜੀ ਹੁੰਦੀ ਹੈ। ਇਹ ਸਾਰੇ ਚਰਿੱਤਰ ਦਾ ਜਿਹੜਾ ਤੱਤਸਾਰ ਹੈ ਉਹ ਸਾਨੂੰ ਕੱਢ ਕੇ ਇਹਨਾਂ ਨੇ ਇਹੀ ਦੱਸਿਆ ਕਿ ਭਾਈ ਇਸਤਰੀ ਤੋਂ ਬਚੋ, ਇਸਤਰੀ ਤੋਂ ਬਚੋ। ਪਰ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਅਤੇ ਅਸੀਂ ਕਿਉਂ ਨਹੀਂ ਸਮਝਦੇ ਕਿ ਸਾਡੀ ਗੱਲ ਸ਼ੁਰੂ ਕਿੱਥੋਂ ਹੋਈ ਸੀ। ਸੋ ਕਿਉ ਮੰਦਾ ਆਖੀਏ ਜਿੱਥ ਜੰਮੇ ਰਾਜਾਨ। ਅਤੇ ਇਹ ਅਸੀਂ ਸਿੱਖ ਖਤਮ ਕਿੱਥੇ ਕਰ ਰਹੇ ਹਾਂ ਕਿ ਇਸਤਰੀ ਜਾਤੀ 'ਤੇ ਭਰੋਸਾ ਨਹੀਂ ਕਰਨਾ, ਇਸਤਰੀਆਂ ਅਸ਼ਲੀਲ ਹੁੰਦੀਆਂ, ਇਸਤਰੀਆਂ ਘਟੀਆ ਹੁੰਦੀਆਂ। ਹੁਣ ਮੈਨੂੰ ਦੱਸੋ ਨਾ,
ਇਹ ਪੂਰੇ ਚਰਿੱਤਰ ਵਿੱਚੋਂ ਜੋ ਸਾਨੂੰ ਸਮਝ ਲੱਗਾ ਹੁਣ ਤੱਕ, ਉਹ ਮੋਟਾ ਮੋਟਾ ਇਹ ਗੱਲ ਸਮਝ ਲੱਗੀ ਹੈ ਕਿ ਭਾਈ ਲਓ, ਕਿਹੜੀ ਗੱਲ ਸਮਝ ਲੱਗੀ ਹੈ ਕਿ ਦੁਰਗਾ ਦੇਵੀ ਹੈ ਔਰ ਉਸ ਦੀ ਪੂਜਾ ਕਰੋਗੇ ਤਾਂ ਤੁਹਾਨੂੰ ਵਰ ਮਿਲੇਗਾ, ਫਲ ਮਿਲੇਗਾ। ਗੁਰਮਤ ਦੀ ਖੰਡਣਾ, ਗੁਰਮਤ ਵਿੱਚ ਦੇਵੀ ਦੇਵਤਿਆਂ ਨੂੰ ਕੋਈ ਜਗ੍ਹਾ ਨਹੀਂ ਹੈ, ਉਹਨਾਂ ਦਾ ਕੋਈ ਸਥਾਨ ਨਹੀਂ ਹੈ। ਦੂਜੀ ਗੱਲ, ਗੋਰਖਨਾਥ ਇੰਨਾ ਸ਼ਕਤੀਸ਼ਾਲੀ, ਮਰੇ ਹੋਏ ਨੂੰ ਜਿੰਦਾ ਕਰ ਦਿੰਦਾ। ਮੰਨ ਲਓ ਗੁਰਮਤ ਦਾ ਵਿਧਾਨ ਹੈ, ਉਹ ਇੱਕ ਕਰਤਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਉਹ ਮਾਰ ਜਵਾਲਣ ਦਾ ਤਾਕਤ ਉਹਦੇ ਕੋਲ ਹੈ। ਪਰ ਇੱਥੇ ਮਾਰ ਜਵਾਲਣ ਦੀ ਤਾਕਤ ਗੋਰਖ, ਮਰੇ ਹੋਏ ਨੂੰ ਗੋਰਖਨਾਥ ਜਿਉਂਦਾ ਕਰ ਸਕਦਾ ਹੈ। ਇਹ ਟੀਕਾ ਦੂਜਾ ਸਿੱਖੀ ਵਿੱਚ ਲਾ ਦਿੱਤਾ। ਤੀਜਾ, ਭਈ ਜਿਹੜਾ ਕੁਕਰਮ, ਜਿਹੜਾ ਪਾਪ ਭਾਨਮਤੀ ਰਾਜੇ ਦੀ ਰਾਣੀ ਨੇ ਕੀਤਾ ਸੀ, ਪਰਾਏ ਮਰਦ ਨਾਲ ਸੰਬੰਧ ਬਣਾਏ, ਉਹੀ ਪਾਪ ਰਾਜੇ ਨੇ ਵੇਸਵਾ ਨਾਲ ਸੰਬੰਧ ਬਣਾ ਕੇ ਕੀਤੇ। ਹੁਣ ਉਸ ਭਾਨਮਤੀ ਨੂੰ ਤਾਂ ਮਰਵਾ ਦਿੱਤਾ ਗਿਆ ਤੇ ਰਾਜਾ ਸੁਰਖਰੂ, ਸਾਫ਼, ਪਵਿੱਤਰ। ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਸਿੱਖਿਆ ਦੇਣ ਆਏ ਸੀ ਵੀ ਜੇ ਬੰਦਾ ਗਲਤ ਕੰਮ ਕਰੇ ਠੀਕ ਹੈ, ਔਰਤ ਕਰੇ ਤਾਂ ਪਾਪ ਹੈ? ਕਿਆ ਕਮਾਲ ਦਾ ਮਤਲਬ ਟੈਕਨਿਕ ਵਰਤਿਆ। ਜੇ ਰਾਜਾ ਗਲਤ ਕਰੇ, ਵੇਸਵਾ ਨਾਲ ਸੰਬੰਧ ਬਣਾਏ, ਉਹ ਤਾਂ ਯੋਗ ਹੈ, ਕੋਈ ਗੱਲ ਨਹੀਂ, ਉਹ ਠੀਕ ਹੈ। ਪਰ ਜੇ ਰਾਣੀ ਭਾਨਮਤੀ ਬਣਾਏ, ਉਸ ਨੂੰ ਮੌਤ ਦੇ ਘਾਟ ਉਤਾਰ ਦਿਓ। ਭਾਵ ਇਹ ਉਲਟੀ ਗੰਗਾ, ਵੀ ਜਿਹੜਾ ਪਾਪ ਹੈ, ਜਿਹੜਾ ਗੁਨਾਹ ਹੈ, ਉਹ ਮਰਦ ਕਰੇ ਜਾਂ ਔਰਤ ਕਰੇ, ਦੋਨਾਂ ਲਈ ਬਰਾਬਰ ਹੈ, ਫਰਕ ਨਹੀਂ ਕੀਤਾ ਜਾ ਸਕਦਾ। ਕਤਲ ਔਰਤ ਕਰੇ ਤਾਂ ਵੀ ਮੌਤ ਦੀ ਸਜ਼ਾ, ਕਤਲ ਆਦਮੀ ਕਰੇ ਤਾਂ ਵੀ ਮੌਤ ਦੀ ਸਜ਼ਾ। ਬੇਵਿਚਾਰ 'ਚ ਔਰਤ ਕਰੇ ਉਨਾ ਹੀ ਗੁਨਾਹ, ਬੇਵਿਚਾਰ ਜੋ ਹੈ ਆਦਮੀ ਕਰੇ ਤਾਂ ਵੀ ਉਨਾ ਹੀ ਗੁਨਾਹ। ਪਰ ਇਹ ਜਿਹੜਾ ਚਰਿੱਤਰ ਹੈ, ਜਿਹਨੂੰ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ, ਅੱਛਾ ਜਦੋਂ ਇਹ ਫਸ ਜਾਂਦੇ ਨਾ ਸਾਡੇ ਪੁਜਾਰੀ ਲਾਣਾ, ਫਿਰ ਪਤਾ ਹੀ ਕਹਿੰਦੇ ਆ ਨਾ 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 ਨਾ, ਇਹ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਨਹੀਂ, ਇਹ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਹੈ। ਫਿਰ ਜਦੋਂ ਪੁੱਛਦੇ ਦੱਸੋ ਕਿਹੜਾ ਗ੍ਰੰਥ ਹੈ, ਲਿਆਓ ਪੜ੍ਹਦੇ ਆ ਉਹਨੂੰ, ਫਿਰ ਕੋਈ ਜਵਾਬ ਨਹੀਂ। ਭਾਵ ਇਹਨਾਂ ਨੇ ਸਾਡੇ ਗੁਰੂ ਦਸ਼ਮੇਸ਼ ਪਿਤਾ ਜੀ ਨੂੰ ਜਲੀਲ ਕਰਨਾ, ਸਿੱਖੀ ਨੂੰ ਖਤਮ ਕਰਨਾ, ਤੇ ਇਹਨਾਂ ਦਾ ਮੁੱਖ ਕੰਮ ਇਹੀ ਹੈ। ਚੌਥੀ ਗੱਲ, ਔਰਤ ਨਾਲ ਘਿਰਨਾ। ਆ ਜਿਹੜਾ ਅਸੀਂ ਹੁਣੇ 2 ਲਾਈਨਾਂ ਪੜ੍ਹੀਆਂ ਨਾ, ਉਹ ਚਰਖੇ ਦੇ ਮੁੰਨੇ ਵਾਲੀ, ਉਹ ਝੁਕੇਜ ਸਿੰਘ ਦਾ ਜੋ ਭਰਥਰੀ ਦੇ ਮੁੱਖ ਚੋਂ ਕਢਾ ਕੇ ਕਵੀ ਕਹਿ ਰਿਹਾ ਵੀ ਔਰਤਾਂ ਨਾਲ ਅਗਰ ਤੁਸੀਂ ਸੰਬੰਧ ਰੱਖੋਗੇ, ਔਰਤਾਂ ਦੇ ਨੇੜੇ ਜਾਓਗੇ ਤਾਂ ਤੁਹਾਨੂੰ ਤਕਲੀਫ ਹੋਏਗੀ। ਭਾਵ ਔਰਤ ਤੋਂ ਦੂਰ ਭੱਜੋ, ਔਰਤ ਚੰਗੀ ਚੀਜ਼ ਨਹੀਂ। ਵਹੀ ਸਾਰੀ ਦੁਨੀਆ ਪੈਦਾ ਹੀ ਔਰਤ ਤੋਂ ਹੁੰਦੀ ਹੈ, ਔਰਤ ਤੋਂ ਬਗੈਰ ਤਾਂ ਭਾਈ ਉਤਪਤੀ ਨਹੀਂ ਹੈ। ਔਰਤ ਨਾ ਹੁੰਦੀ ਤਾਂ ਭਰਥਰੀ ਨੇ ਵੀ ਇਸ ਦੁਨੀਆ ਵਿੱਚ ਨਹੀਂ ਆਉਣਾ ਸੀ, ਕਿਸੇ ਨੇ ਨਹੀਂ ਸੀ ਆਉਣਾ, ਸਾਡੇ ਗੁਰੂ ਪਾਤਸ਼ਾਹ ਨੇ ਨਹੀਂ ਸੀ ਆਉਣਾ, ਅਸੀਂ ਨਹੀਂ ਸੀ ਆਉਣਾ। ਉਹ ਯਾਰ ਕਿਹੜੇ ਜੰਜਾਲ ਵਿੱਚ ਸਿੱਖੋ ਪੈ ਗਏ, ਕਦੋਂ ਨਿਕਲੋਗੇ? ਕਿਉਂ ਇਹਨਾਂ ਬੁੱਝੜਾਂ ਦੇ ਪਿੱਛੇ ਪੈ ਕੇ ਤੁਸੀਂ ਦਸਮ ਬਾਣੀ ਰਟੀ ਜਾਂਦੇ ਹੋ? ਇਹ ਸਿੱਖੀ ਨੂੰ ਖਤਮ ਕਰਨ ਲਈ ਸਭ ਕੁਝ ਸਾਡੇ ਵਿਰੋਧੀਆਂ ਨੇ ਕੁਚਾਲਾਂ ਚੱਲ ਕੇ ਗੁਰੂ ਦਾ ਨਾਂ ਉੱਤੇ ਲਿਖ ਦਿੱਤਾ। ਵੀ ਕਦੀ ਤੁਸੀਂ ਦੇਖਿਆ ਵੀ ਗੁਰੂ, ਕਿਸੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗੁਰੂ ਕਿਹਾ ਹੋਵੇ? ਜ਼ਰਾ ਸੋਚੋ। ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਨਾਨਕ ਮੋਹਰ ਛਾਪ ਮਿਲਦੀ ਹੈ। ਕਦੀ ਕਿਸੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਕਿਸੇ ਗੁਰੂ ਸਾਹਿਬ ਨੇ ਇਹ ਕਿਹਾ ਕਿ ਮੈਂ ਗੁਰੂ ਆਹ ਗੱਲ ਕਹਿਣਾ, ਤਾਂ ਇਹਦੇ ਉੱਤੇ ਲਿਖਿਆ ਪਾਤਸ਼ਾਹੀ 10ਵੀਂ। ਅਸੀਂ ਦਸ਼ਮੇਸ਼ ਪਿਤਾ ਜੀ ਨੂੰ ਪਾਤਸ਼ਾਹ ਕਹਿੰਦੇ ਹਾਂ, ਪਰ ਅਗਰ ਬਾਣੀ ਦਸ਼ਮੇਸ਼ ਪਿਤਾ ਜੀ ਨੇ ਲਿਖੀ ਹੈ ਕਿ ਉਹ ਉੱਤੇ ਇਹ ਲਿਖਣਗੇ ਪਾਤਸ਼ਾਹੀ 10ਵੀਂ। ਕਿਸੇ ਸਾਡੇ ਇਹ ਰਿਵਾਜ਼ ਹੀ ਨੇ, ਗੁਰਮਤਿ 'ਚ ਵਿਧਾਨ ਹੀ ਨੇ। ਇਹ ਗ੍ਰੰਥ ਦੇ ਹਰ ਜਗ੍ਹਾ ਲਿਖਿਆ ਪਾਤਸ਼ਾਹੀ 10ਵੀਂ, ਮੁੱਖ ਵਾਚ ਪਾਤਸ਼ਾਹੀ 10ਵੀਂ। ਕਮਾਲ ਹੈ।
जो मर्जी चाढ़ी जाओ, जो मर्जी लिखी जाओ, लिखोगे तुसीं आप, अगे असीं रहतनामिਆਂ ते विचार करांगे। उत्थे भी किते भाई धर्म सिंह दा, किते दया सिंह दा, किते चौपा सिंह दा ਉਹ ਨਾਂ ਵਰਤੇ ਹੋਏ ਨੇ ਕਿ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਇੰਝ ਕਿਹਾ। ਕਿਉਂ? ਉਹ ਸਾਡੇ ਲਈ ਸਤਿਕਾਰਯੋਗ ਨੇ। ਲਿਖਿਆ ਕਿਸੇ ਸ਼ੈਤਾਨ ਨੇ, ਉੱਤੇ ਨਾਂ ਭਾਈ ਚੌਪਾ ਸਿੰਘ, ਦਇਆ ਸਿੰਘ, ਧਰਮ ਸਿੰਘ ਲਿਖ ਦਿਓ। ਹੁਣ ਤੇ ਉਹ ਸਾਡੇ ਸਤਿਕਾਰ ਦੇ ਪਾਤਰ ਨੇ, ਉਹਨਾਂ ਦਾ ਵਿਰੋਧ ਅਸੀਂ ਕਰ ਨਹੀਂ ਸਕਦੇ। ਪਰ ਇਹ ਸਾਡੇ ਨਾਲ ਬਹੁਤ ਵੱਡਾ ਧੋਖਾ। ਜੇ ਸਿੱਖ ਅਸੀਂ ਜਾਗ ਜਾਵਾਂਗੇ ਤਾਂ ਬਚ ਜਾਵਾਂਗੇ, ਨਹੀਂ ਤਾਂ ਅਸੀਂ ਆਪ ਤਾਂ ਡੁੱਬਾਂਗੇ ਤੇ ਨਾਲ ਅਸੀਂ ਕਾਲਕ ਖੱਟ ਕੇ ਇਸ ਸੰਸਾਰ ਤੋਂ ਜਾਵਾਂਗੇ। ਅਸੀਂ ਗੁਰੂ ਦੇ ਸਚਿਆਰ ਸਿੱਖ ਨਹੀਂ ਅਖਵਾ ਸਕਾਂਗੇ। ਆਓ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਇਹਨਾਂ ਚਰਿੱਤਰਾਂ ਨੂੰ ਇੱਕ ਵਾਰ ਸੁਣ ਜ਼ਰੂਰ ਲਿਓ। ਪਤਾ ਕਿਉਂ? ਜੇ ਤੁਸੀਂ ਸੁਣੋਗੇ ਥੋੜ੍ਹਾ ਬਹੁਤ ਯਾਦ ਰਹੇਗਾ, ਤਾਂ ਜਦੋਂ ਕਿਸੇ ਨਾਲ ਗੱਲ ਕਰਨੀ ਉਹਨਾਂ ਨੂੰ ਦੱਸ ਸਕੋਗੇ ਵੀ ਇਹ ਠੀਕ ਨਹੀਂ ਹੈ। ਜੇ ਨਹੀਂ ਸੁਣੋਗੇ ਤਾਂ ਫਿਰ ਉਹ ਪੁੱਛਣ, ਦੱਸੋ ਕੀ ਗਲਤ ਹੈ, ਫਿਰ ਤੁਸੀਂ ਕੋਈ ਦੱਸ ਨਹੀਂ ਸਕੋਗੇ, ਝੂਠੇ ਪੈ ਜਾਓਗੇ। ਇਹ ਸਿਰਫ ਇਹ ਤੋਂ ਲਾਹਾ ਕੁਛ ਨਹੀਂ ਹੈ। ਲਾਹਾ ਇਹੀ ਹੈ, ਇਹ ਸਾਡੇ ਕੋਲ ਹਥਿਆਰ ਹੈ ਆਪਣੇ ਵਿਰੋਧੀ ਨੂੰ ਵਿਚਾਰਾਂ ਨਾਲ ਛਿੱਥਾ ਪਾਉਣ ਲਈ, ਉਹਨੂੰ ਵਿਚਾਰਾਂ ਨਾਲ ਉਸ ਨੂੰ ਜਿੱਤਣ ਲਈ ਇਹ ਹਥਿਆਰ ਹੈ। ਇਸ ਲਈ ਪੜ੍ਹਨੇ ਆ। ਲਾਹਾ ਸਮਾਜਿਕ ਤੌਰ 'ਤੇ, ਪਰਿਵਾਰਕ ਤੌਰ 'ਤੇ ਇਹਦੇ ਵਿੱਚ ਕੁਛ ਨਹੀਂ ਹੈ। ਆਓ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ। ਵਿਚਾਰਾਂ ਕਰਦੇ ਹਾਂ ਕਈ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਤੇ ਉਸ ਲਈ ਮੈਂ ਮਾफ़ੀ ਚਾਹੁੰਦਾ। ਬੇਨਤੀ ਹੈ, ਜੇ ਇਹ ਉਪਰਾਲਾ ਚੰਗਾ ਲੱਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਘੰਟੀ ਵੀ ਦਬਾ ਦਿਓ ਤਾਂ ਕਿ ਜਦੋਂ ਮੈਂ ਵੀਡੀਓ ਬਣਾਵਾਂ ਤੁਹਾਡੇ ਕੋਲ ਪਹੁੰਚ ਜਾਵੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।